अनडेमोक्रेटिक है और मिसयूज ऑफ एजेंसीज लाइक CBI, लाइक ED. Unfortunately, all the vital organizations of this country have been now captured, have been hijacked by the BJP, and NIA is no different. ਅਫਸੋਸ ਇਸ ਗੱਲ ਦਾ ਕਿ ਜਿਹੜੀਆਂ ਸਾਡੀਆਂ ਪ੍ਰਮੁੱਖ ਪਾਰਟੀਆਂ ਨੇ ਉਹ ਇਸ NIA ਦੇ ਵਿੱਚ ਉਹਨਾਂ ਦੇ ਹੱਥ ਠੋਕਾ ਬਣ ਕੇ ਕੰਮ ਕਰਦੀਆਂ ਰਹੀਆਂ ਨੇ। ਮੈਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੁਣ ਰਿਹਾ ਸੀ, NIA ਤੇ UAP ਦਾ ਕਾਲਾ ਕਾਨੂੰਨ। ਪਹਿਲੀ ਗੱਲ ਤਾਂ ਜਦੋਂ ਅਮੈਂਡਮੈਂਟ ਕੀਤੀ ਗਈ ਆ UAP ਦੇ ਕਾਨੂੰਨ ਦੇ ਵਿੱਚ BJP ਦੀ ਪਿਛਲੀ ਟੈਨਿਓਰ ਵੇਲੇ, ਉਦੋਂ ਅਕਾਲੀ ਦਲ ਨੇ ਤਾਂ ਵੋਟਾਂ ਪਾ ਕੇ ਇਸ ਟਾਡਾ ਵਰਗੇ ਪੋਟਾ ਵਰਗੇ ਕਾਨੂੰਨ ਨੂੰ ਇਹਨੂੰ ਹੋਰ ਡਰੈਕੋਨੀਅਨ ਬਣਾਇਆ। ਕੋਈ ਜ਼ਮਾਨਤ ਨਹੀਂ, ਚਾਰਜ ਸ਼ੀਟ ਫਾਈਲ ਕਰਨ ਦਾ ਕੋਈ ਟਾਈਮ ਨਹੀਂ। ਉਦੋਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਇਸੇ ਕਾਨੂੰਨ ਦਾ ਉਹਨਾਂ ਨੇ ਸਪੋਰਟ ਕੀਤੀ, ਇਹਨਾਂ ਦੀ ਵਜ੍ਹਾ ਨਾਲ ਬਣਿਆ ਵਾ। ਔਰ ਅੱਜ ਸੁਖਬੀਰ ਸਿੰਘ ਬਾਦਲ ਇਹ ਕਹਿ ਰਿਹਾ ਵਾ ਕਿ ਅਮਰਿੰਦਰ ਸਿੰਘ ਬਹੁਤ ਇਹਦਾ ਦੁਰਉਪਯੋਗ ਕਰ ਰਿਹਾ। ਠੀਕ ਹੈ, ਅਮਰਿੰਦਰ ਸਿੰਘ ਦੀ ਸਰਕਾਰ ਨੇ ਗਲਤ ਕੰਮ ਕੀਤੇ ਨੇ। 47 ਦੇ ਕਰੀਬ ਮੁਕੱਦਮੇ ਕਾਂਗਰਸ ਦੀ ਮੌਜੂਦਾ ਸਰਕਾਰ ਨੇ ਵੀ ਦਰਜ ਕੀਤੇ ਨੇ ਪੰਜਾਬ, ਜਿਹੜੇ ਕਿ ਸਰਾਸਰ ਗਲਤ। ਪਰ ਇਹਦੀ ਸ਼ੁਰੂਆਤ ਸੁਖਬੀਰ ਸਿੰਘ ਬਾਦਲ ਨੇ ਕੀਤੀ ਪੰਜਾਬ 'ਚ। ਤੁਹਾਨੂੰ ਯਾਦ ਹੋਵੇਗਾ ਇੱਕ ਕੇਸ ਨਵਾਂਸ਼ਹਿਰ ਪੁਲਿਸ ਨੇ 3 ਨੌਜਵਾਨ ਫੜੇ ਸੀਗੇ, ਅਰਵਿੰਦਰ ਸਿੰਘ ਤੇ ਦੂਸਰੇ 2 ਨੌਜਵਾਨਾਂ ਦਾ ਮੇਰੇ ਨਾਮ ਸਲਿਪ ਕਰ ਰਿਹਾ ਵਾ। ਉਹਨਾਂ ਦੇ ਕੋਲ ਉਹਨਾਂ ਕੀ ਇਲਜ਼ਾਮ ਸੀ? ਦੇਖੋ, ਯੁਆਪਾ ਲਾਈ, ਸੁਣਨ ਵਾਲੀ ਗੱਲ ਹੈ। ਉਹਨਾਂ ਦੇ ਯੁਆਪਾ ਲਾਈ ਤੇ ਉਹਨਾਂ ਦੇ ਇਲਜ਼ਾਮ ਕੀ ਸੀਗਾ ਕਿ ਉਹਨਾਂ ਕੋਲੋਂ ਲਿਟਰੇਚਰ ਕਿ ਉਹਨਾਂ ਦੇ ਕੋਲੋਂ ਐਂਟੀ ਨੈਸ਼ਨਲ ਲਿਟਰੇਚਰ ਪਾਈ ਗਈ। ਪਰ ਪੁਲਿਸ ਨੇ ਆਪਣੀ ਚਾਰਜ ਸ਼ੀਟ ਵਿੱਚ ਜਿਹੜਾ ਫੈਕਟਸ ਫਾਈਲ ਕੀਤੇ ਨੇ, ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਲਿਟਰੇਚਰ ਦੇ ਇਲਜ਼ਾਮ ਕਿਹਦੇ ਸੀਗੇ? ਕਿਹੜੀ ਲਿਟਰੇਚਰ ਫੜੀ ਆ? ਯੁਆਪਾ ਦੇ ਤਹਿਤ ਨਵਾਂਸ਼ਹਿਰ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਦੇ ਵੇਲੇ ਜਦੋਂ ਇਹ ਹੋਮ ਮਿਨਿਸਟਰ ਸੀਗਾ, ਲਿਟਰੇਚਰ ਫੜੀ ਗਈ ਜੀ ਭਾਈ ਰਣਧੀਰ ਸਿੰਘ ਜੀ, ਜਿਹੜੇ ਇਸ ਦੇਸ਼ ਦੇ ਫਰੀडम ਫਾਈਟਰ ਸੀਗੇ। ਉਹਨਾਂ ਨੇ 1926 'ਚੋਂ ਨਾ ਜੇਲ੍ਹ 'ਚੋਂ ਕੁਝ ਚਿੱਠੀਆਂ ਲਿਖੀਆਂ ਸੀਗੀਆਂ। ਇਸ ਅਰਵਿੰਦਰ ਸਿੰਘ 29 ਸਾਲ ਦਾ ਨੌਜਵਾਨ ਸੀ, ਇਹਦੇ ਕੋਲੋਂ ਭਾਈ ਰਣਧੀਰ ਸਿੰਘ ਇੱਕ ਇੰਡੀਆ ਦਾ ਫਰੀडम ਫਾਈਟਰ ਔਰ ਬੜਾ ਮਹਾਨ ਵਿਅਕਤੀ ਸਾਡਾ ਪੰਜਾਬ ਦਾ, ਉਹਦੀ ਲਿਟਰੇਚਰ ਫੜ ਕੇ ਉਹਦੇ ਤੇ ਮੁਕੱਦਮਾ ਯੁਆਪਾ ਦਾ ਦਰਜ ਕਰ ਦਿੱਤਾ। ਇਸੇ ਤਰ੍ਹਾਂ ਹੀ ਇੱਕ ਪੋਇਮ ਲਿਖੀ ਗਈ ਸੀਗੀ ਭਾਈ ਫੌਜਾ ਸਿੰਘ ਵੱਲੋਂ, ਜਿਹੜਾ 13 ਸਿੱਖ ਮਾਰੇ ਗਏ ਸੀ ਨਾ ਨਿਰੰਕਾਰੀ ਸਿੱਖ ਕਲੈਸ਼ ਵਿੱਚ 13 ਅਪ੍ਰੈਲ 1978 ਨੂੰ। ਤੇ ਉਹਦੀ ਇੱਕ ਪੋਇਮ ਸੀ ਜੀ ਫੌਜਾ ਸਿੰਘ ਦੀ, ਤੇ ਕੁਝ ਤਸਵੀਰਾਂ ਸੀਗੀਆਂ, ਤੇ ਉਹਨਾਂ ਤੇ ਚੱਕ ਕੇ ਕਿਹਨੇ ਯੁਆਪਾ ਲਾਈ ਸ਼ੁਰੂਆਤ ਪੰਜਾਬ ਵਿੱਚ, ਉਹਨੂੰ ਫੁੱਟ ਹੋਲਡ ਕਿਹਨੇ ਦਿੱਤਾ? NIA ਨੂੰ, ਸੁਖਬੀਰ ਸਿੰਘ ਬਾਦਲ ਨੇ। 47 ਮੁਕੱਦਮੇ ਅਕਾਲੀ ਦਲ ਦੀ ਰਜੀਮ ਦੇ ਵਿੱਚ ਪੰਜਾਬ ਵਿੱਚ ਦਰਜ ਹੁੰਦੇ ਨੇ। ਔਰ ਉਸੇ ਹੀ ਕੜੀ ਨੂੰ ਅੱਗੇ ਵਧਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 50 ਦੇ ਕਰੀਬ ਯੁਆਪਾ ਦੇ ਮੁਕੱਦਮੇ ਪਹਿਲਾਂ ਪੁਲਿਸ ਦਰਜ ਕਰਦੀ ਇੱਥੇ, ਤੇ ਮੁੜ ਕੇ NIA ਨੂੰ ਸੱਦਦੇ ਨੇ ਦਿੱਲੀੋਂ, NIA ਕਿ ਆਓ ਸਾਡੇ ਕੋਲੋਂ ਮੁਕੱਦਮੇ ਚੱਕ ਲਓ, ਬੰਦੇ ਅਰੈਸਟ ਕਰ ਲਓ। ਔਰ ਤੁਹਾਨੂੰ ਯਾਦ ਹੋਵੇਗਾ ਕਿ ਪਿੱਛੇ 6-8 ਮਹੀਨੇ ਪਹਿਲਾਂ ਮੇਰੀ ਕੌਂਸਟੀਟੂਐਂਸੀ ਦਾ ਇੱਕ ਜੋਗਿੰਦਰ ਸਿੰਘ ਗੁੱਜਰ, ਉਹ ਇਟਲੀ ਤੋਂ ਆਇਆ ਸੀ, NRI ਆ। ਉਹ ਜਦੋਂ ਪਿੰਡ ਆਇਆ ਤੇ ਉਹਦੇ ਤੇ ਉਹਨੂੰ ਕਪੂਰਥਲਾ ਪੁਲਿਸ ਨੇ ਅਰੈਸਟ ਕਰ ਲਿਆ। ਮੈਨੂੰ ਜਦੋਂ ਪਤਾ ਲੱਗਿਆ, ਪਿੰਡ ਦੇ ਸਾਰੇ ਪਤਵੰਤੇ ਸੱਜਣ ਆਏ, ਪੰਚਾਇਤ ਆਈ, ਮੈਂ ਪਿੰਡ ਵਿੱਚ ਗਿਆ, ਪਿੰਡ ਦੀ ਸੱਥ ਵਿੱਚ ਬੈਠ ਕੇ ਸਾਰੀ ਜਾਣਕਾਰੀ ਲਿੱਤੀ। ਉਹ ਕਹਿੰਦੇ ਜੀ ਇਹ 65 ਸਾਲ ਦਾ ਬਜ਼ੁਰਗ ਆ, ਇਹ ਹਾਰਟ ਪੇਸ਼ੈਂਟ ਹੈ, ਇਹਨੇ ਕਦੀ ਜ਼ਿੰਦਗੀ 'ਚ ਕੀੜੀ ਵੀ ਨਹੀਂ ਮਾਰੀ। ਔਰ ਇਸ ਬੰਦੇ ਦੇ ਇਲਜ਼ਾਮ ਕੀ ਲਾਇਆ? ਇਲਜ਼ਾਮ ਹਾਸੋਹੀਣਾ ਕਿ ਇਹਨੇ SFJ ਦੀ ਇੱਕ ਕਨਵੈਨਸ਼ਨ ਅਟੈਂਡ ਕੀਤੀ ਜਨੀਵਾ ਵਿੱਚ, ਸਵਿਟਜ਼ਰਲੈਂਡ 'ਚ 2018 ਕਿ 19 ਦੇ ਵਿੱਚ, ਜਿੱਥੇ 2500 ਬੰਦਾ ਹੋਰ ਸੀਗਾ। ਉਹ 2500 ਬੰਦੇ ਵਿੱਚ ਇਹਦੀ ਇੱਕ ਫੋਟੋ ਸੀਗੀ, ਯੁਆਪਾ ਲਾ ਦਿੱਤਾ ਜੀ। ਔਰ ਦੂਜਾ ਇਲਜ਼ਾਮ ਸੀਗਾ ਕਿ ਇਟਲੀ ਦੇ ਗੁਰਦੁਆਰਾ ਸਾਹਿਬ 'ਚ ਕਿਸੇ SFJ ਦੇ ਆਫਿਸ ਬੇਅਰਰ ਨੂੰ ਇੱਕ ਸਰੋਪਾ ਦਿੱਤਾ ਜੀ। ਸਰੋਪਾ ਦੇਣਾ ਕੋਈ ਅੱਤਵਾਦ ਆ। ਤੀਸਰਾ ਇਲਜ਼ਾਮ ਸੀਗਾ ਕਿ ਜੋਗਿੰਦਰ ਸਿੰਘ ਗੁੱਜਰ ਨੇ ਆਪਣੇ ਅਕਾਊਂਟ 'ਚੋਂ ਇੰਡੀਆ ਦੇ ਇੱਕ ਅਕਾਊਂਟ ਹੋਲਡਰ ਨੂੰ ਕਿੰਨੇ ਪੈਸੇ ਭੇਜੇ ਜੀ ਅੱਤਵਾਦ ਫੈਲਾਉਣ ਵਾਸਤੇ? 200 ਯੂਰੋਜ਼। ਹਾਊ ਮਚ ਇਜ਼ ਦੈਟ? 14-15 ਹਜ਼ਾਰ ਰੁਪਈਆ। 15,000 ਨਾਲ ਸਾਡਾ ਦੇਸ਼ ਐਡਾ ਕਮਜ਼ੋਰ ਹੈ ਕਿ 15,000 ਦੇ ਨਾਲ ਉੱਡ ਜਾਏਗਾ। ਆ ਜਿਹੜੀਆਂ ਐਂਟਰੀਆਂ ਹੁਣ ਵੀ ਕੋਟ ਕਰ ਰਹੇ ਨੇ, ਇਹ ਸਾਰੀਆਂ ਕੋਈ 50,000 ਦੀਆਂ, ਕੋਈ ਲੱਖ ਰੁਪਏ ਦੀਆਂ। ਐਡਾ ਕਮਜ਼ੋਰ ਹੈ ਭਾਰਤ ਕਿ 50,000 ਰੁਪਏ ਦੇ ਨਾਲ ਟੁੱਟ ਜਾਵੇਗਾ। ਔਰ ਫਿਰ ਗੁੱਜਰ ਦੀ ਮਦਦ ਕੀਤੀ। ਫਿਰ ਉਸ ਤੋਂ ਬਾਅਦ ਇੱਕ ਪਟਿਆਲੇ ਸਮਾਣਾ ਪੁਲਿਸ ਸਟੇਸ਼ਨ ਵਿੱਚ FIR ਦਰਜ ਹੋਈ ਸੀਗੀ, ਪ੍ਰੋਬੇਬਲੀ FIR ਨੰਬਰ 144, ਅਗੇਨ ਅੰਡਰ ਯੁਆਪਾ। ਤੁਸੀਂ ਹੈਰਾਨ ਹੋਵੋਗੇ ਜਿਹੜੇ 5 ਨੌਜਵਾਨਾਂ ਨੂੰ ਜਿਨ੍ਹਾਂ ਦਾ ਚਲਾਨ ਕੀਤਾ, ਜਿਨ੍ਹਾਂ ਨੂੰ ਅਰੈਸਟ ਕੀਤਾ, ਅਤ ਗਰੀਬ, ਐਡੇ ਗਰੀਬ ਕਿ ਉਹ ਆਪਣੀ ਆਵਾਜ਼ ਵੀ ਨਹੀਂ ਕੱਢ ਸਕਦੇ। ਦੇ ਆਰ ਵੌਇਸਲੈਸ ਪੀਪਲ, ਬੋਲ ਵੀ ਨਹੀਂ ਸਕਦੇ ਸੀਗੇ। ਆਪਣੀ ਡਿਫੈਂਸ ਵਕੀਲ ਨਹੀਂ ਖੜਾ ਕਰ ਸਕਦੇ, ਆਪ ਬੋਲ ਨਹੀਂ ਸਕਦੇ,
कोई उन्होंने कोल डिफेंस नहीं सी। चुन चुन के पंजाब पुलिस ने चारे ही पंजां चों 4 दलित नौजवान, मैं सारिਆਂ ਦੇ ਪਿੰਡਾਂ 'ਚ ਜਾ ਕੇ ਆਇਆ। एक ਮੈਨੂੰ याद आ सेरा पिंड पटियाले 'ਚ, ਉੱਥੇ सुखचैन सिंह एक नौजवान ਨੂੰ गिरफ्तार ਕੀਤਾ ਸੀਗਾ। पिंड ਦਾ सरपंच हाकम सिंह ਜਿਹੜਾ कांग्रेस ਦਾ सरपंच ਆ, सारी पंचायत ने गवाही दी कि साडी हाज़री विच पंजाब पुलिस प्लेन कपड़िਆਂ ਵਿੱਚ 2-3 ਬੰਦੇ ਆਏ, ਕਹਿੰਦੇ ਜੀ ਸੁਖਚੈਨ ਨੂੰ ਪੁੱਛ-ਗਿੱਛ ਲਈ ਲੈ ਕੇ ਜਾਣਾ ਪਟਿਆਲੇ, ਲੈ ਗਏ। 3 ਦਿਨ ਬਾਅਦ पंचायत ने पढ़िया कि उन्होंने समाणे दे एक गाजेवास पिंड है, उत्थे नाके ते 4 मुंडियां नूं पिस्तौलां नाल गिरफ्तार किया। इज दैट नॉट डायरैक्टली प्लांटिंग वेपन्स ऑन दीज पोअर पीपल? और असी ओहदी लड़ाई लड़ी और पिंड दी पंचायत ने डट के गवाही दी। अज वो नौजवान बाहर है। उस FIR विच अमृतपाल सिंह पिंड अचानक पिंड का एक नौजवान, वो दिहाड़ीदार ते छोटे जे इन्ना 50 किलो भार होना उहदा, ते पिंड वाला ने जो पिंड गया वो कहते जी ये ना खालिस्तान ना जोड़ता, ये बीड़ियां पींदा वा, ये तंबाकू पींदा वा, ये खालिस्तान हो सकता? आफ्टर ऑल जो कोई खालिस्तान की आइडियोलॉजी प्रोपोगेट करता, ਉਹਦਾ कोई अपनी शक्ल सूरत कोई ਉਹਦੀ सोच विचारधारा जुड़नी चाहिए है ना, ਉਹਨੂੰ भी रिलीज़ कराया। एक मुंडा पहला मजीठे का बुक किया सीगा, ਉਹਨੂੰ टाइम सिर ही पुलिस ने छड़ दिता। एक नौजवान लवप्रीत सिंह, वो समाणे का रहन, समाणे दे नहीं कैथल दे विच पिंड सीगा ਉਹਦਾ, शायद आई एम फॉरगेटिंग द नेम ऑफ द विलेज। वो एक ਜਿਹੜੇ CCTV कैमराज की दुकान पर 8-9 हज़ार रुपये की नौकरी करता सी, ਤੇ ਜਦੋਂ लॉकडाउन में शाहीन बाग का मोर्चा ਚੱਲਿਆ, वो लंगर की सेवा में चले गया। पहला युआपा दिल्ली पुलिस ने उत्थे लाई, तो एक दो युआपा का मसला मुकदमा वो इत्थे दर्ज किया। नाउ दिस इज़ वॉट इज़ हैपनिंग इन पंजाब। और अनफॉर्चुनेटली मैं जिदा पहला कहा कि इनू फुट होल्ड NIA नू, उस एजेंसी के पैर इन्हां दोनों सरकारां ने लगवाए ने। मेरे वीरो, सुखबीर सिंह बादल नूं मैं पुछना चाहना, तेनू पता है वो 3 ਜਿਹੜੇ नौजवान ना लिटरेचर फड़ी के उन्होंने उम्र कैद की आ, लाइफ सेंटेंस, जस्ट फॉर हैविंग लिटरेचर, जस्ट फॉर हैविंग फोटोज। पता नहीं किड्डा कमला जज होना वो, मैंटल। और उन्होंने बेचारियों की कोई सुनवाई नहीं हुई। सुखबीर सिंह देखो 3 बेगुनाह अंदर जेल उम्र कैद ली जाणगे, सुखबीर की आत्मा कभी भी चैन ना नहीं सौ सकती। तो हुण वो बोलता कि युआपा का दुरुपयोग कर, तुसीं कराया शुरू सारा कुछ, तुसीं युआपा की अमेंडमेंट कराई, तुसीं BJP की सपोर्ट की, तुसीं हुण युआपा के खिलाफ किहड़े मूँह दे नाल बोलदे हो। इसलिए अफसोस मैनूं इस गल दा भी, आ जिहड़ी आम आदमी पार्टी आ, असीं कहंदे बड़े इनकलाबी आ जी, अज तक एक लफ्ज़ नहीं बोलिया। कल मैं इन्होंने शर्मिंदे किया, अज भावें बोलणगे, इन्होंने शर्म नहीं आउंदी, कहंदे इनकलाबी आ। तो युआपा च गरीब दलित बच्चों का और हुण 40 आदमियों नूं कॉर्नर किया गया। इन्हां च जुरत नहीं, डरदे ने कि किते साडे ते युआपा ना लग जाए, डरदे ने किते साडे नाल हिंदू वोट शहर की नाराज़ ना हो। और मैं हिंदू भरावां नूं कहना चाहुंदा, डॉक्टर गांधी की गल सुनियो चंगी तरह नाल, धर्मवीर गांधी, वो सारे युआपा के केस मेरे नाल असीं इकट्ठे पिंडां दे विच गए। ये हिंदू वीरो, मैं तुहानूं कहना चाहुंदा, ये सरकारां, अकाली दल ते हुण वाली सरकार, ये दहशत पैदा कर रहे हैं जाण के। इत्थों खालिस्तान मॉड्यूल फड़ लिया, इत्थों खालिस्तान मॉड्यूल फड़ लिया, इत्थों हथियार फड़ ले, इत्थों ड्रोन ते आ गए, जस्ट क्रिएटिंग फेयर इन द माइंड्स ऑफ अर्बन पीपल so that stick on with us, vote with us, otherwise ये लोग खालिस्तान बना देंगे। ये दहशत पैदा की। तो जो RSS के भाजपा के वड्डे वड्डे बंदे हिंदू राष्ट्र की गल करते, उन्होंने तो कोई एंटी नैशनल का कोई इल्जाम नहीं लाता, उन्होंने खिलाफ तो कोई अखबार नहीं लिखती, कोई टेलीविजन नहीं बोलता। देयरफॉर मैं आने वाले दिनों असीं एक शॉर्टली मीटिंग करांगे। जे NIA ते युआपा के नोटिस जाणों बंद ना किए सरकार ने, तो असीं एक मीटिंग करके सांझी कॉल दे के इन्हां दे दफ्तर के मोहरे चंडीगढ़ वाले दे प्रोटेस्ट करांगे, पब्लिक प्रोटेस्ट करांगे, ताकि इन्हां नूं पता लगे कि लोग की कहंदे ने। उधर बैठे ने लोग अपने हक्कां की लड़ाई लड़ रहे हैं, अत की सर्दी दे विच, ते लगभग 80 किसान अपनी जान गवा चुके हैं। तो BJP नूं हले NIA ते युआपा ते दहशत ते बावां मरोड़न की राजनीति ते उतरे हुए ने। दिस इज शेयर पोलिटिकल टेररिज्म। दे आर ट्राइंग टू weaken the entire farmers protest, which will never happen. Probably BJP has not read the proper history of Punjab and the Sikhs, and they are resorting to such gimmicks which will never pay dividends. किसी एक बंदे ने युआपा तो नहीं हो डरना, जिन्हें मर्जी केस ठोक लैने
ਅਸੀਂ ਸਾਰੇ ਉਹਨਾਂ ਦੇ ਨਾਲ ਇਮਦਾਦ ਵੀ ਕਰਾਂਗੇ, ਲੜਾਂਗੇ ਵੀ, ਡਟ ਕੇ ਉਹਨਾਂ ਦਾ ਸਾਥ ਵੀ ਦੇਵਾਂਗੇ। ਇਹ ਅੱਜ ਦਾ ਸਾਡਾ ਜਿਹੜਾ ਮਕਸਦ ਸੀਗਾ। ਔਰ ਮੈਂ ਕਹਿਣਾ ਚਾਹੁੰਦਾ ਕਿ ਯੂਆਪਾ ਨੇਸ਼ਨ ਵਾਈਡ ਇਟ ਹੈਜ਼ ਬੀਨ ਯੂਜ਼ਡ, ਮਿਸਯੂਜ਼ਡ ਅਗੇਂਸਟ ਦੀ ਪੋਲੀਟੀਕਲ ਓਪੋਨੈਂਟਸ ਆਫ ਦ ਬੀਜੇਪੀ। ਤੁਸੀਂ ਦੇਖੋ ਜਿਹੜੇ ਵਿਚਾਰੇ ਲੈਫਟਿਸਟ ਪਾਰਟੀਜ਼ ਦੇ ਸ਼ਾਹੀਨ ਬਾਗ ਵਿੱਚ ਜਾਂ ਲੋਕੀ ਮੋਰਚਿਆਂ 'ਚ ਜਾ ਕੇ ਲੜਾਈ ਲੜਦੇ ਨੇ, ਸਫੂਰਾ ਜਰਗਰ ਵਰਗੀ, ਜਾਂ ਆਨੰਦ ਤਿਲ ਤੁੰਬੜੇ ਅੰਬੇਦਕਰ ਸਾਹਿਬ ਦਾ ਪੋਤਾ ਦਲਿਤਾਂ ਤੇ ਆਦੀਵਾਸੀਆਂ ਦੀ ਲੜਾਈ ਸੇਵਾ ਕਰਦਾ, ਉਹਦੇ ਤੇ ਵੀ ਯੂਆਪਾ। ਵਰਵਰਾ ਰਾਓ ਇੱਕ 80 ਸਾਲ ਦਾ ਇੰਟੈਲੈਕਚੁਅਲ, ਉਹਦੇ ਤੇ ਵੀ ਯੂਆਪਾ। ਉੱਥੇ ਯੂਆਪਾ ਦੁਰਉਪਯੋਗ ਹੋ ਰਹੀ ਆ ਅਗੇਂਸਟ ਓਪੋਨੈਂਟਸ ਆਫ ਦ ਬੀਜੇਪੀ। ਤੇ ਪੰਜਾਬ ਵਿੱਚ ਹੁਣ ਸ਼ੁਰੂ ਕੀਤੀ ਹੈ ਇੱਕ ਨਵੀਂ ਫਰੈਸ਼ ਵੇਵ ਟੂ ਵੀਕਨ ਦੀ ਫਾਰਮਰਸ ਐਜੀਟੇਸ਼ਨ, ਐਂਡ ਦਿਸ ਇਜ਼ ਜਸਟ ਏ ਪਲੋਏ। ਇਹ ਸਿਰਫ ਇਹਨਾਂ ਕੋਲ ਹਥਿਆਰ ਆ ਇਹਨਾਂ ਦੀ ਏਜੰਸੀ ਦਾ ਦੁਰਉਪਯੋਗ ਕਰਨ ਦਾ। ਇਹਨੂੰ ਤੁਰੰਤ ਬੰਦ ਹੋਣਾ ਚਾਹੀਦਾ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਇਹਦੇ ਖਿਲਾਫ ਪੱਕੀ ਲੜਾਈ ਲੜਾਂਗੇ। ਇਹ ਅੱਜ ਦਾ ਸਾਡਾ ਮਕਸਦ ਸੀਗਾ। ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ। ਦੇਖੋ ਓਨੈਸਟਲੀ ਸਪੀਕਿੰਗ, ਜੋ ਮੈਂ ਵੀ ਪੜ੍ਹ ਰਿਹਾ, ਕੁਝ ਸੋਸ਼ਲ ਮੀਡੀਆ ਤੋਂ ਸੁਣ ਰਿਹਾ, 40 ਕਰੀਬ ਨੋਟਿਸਿਸ ਦਾ ਕਿਹਾ ਜਾ ਰਿਹਾ ਵਾ। 2 ਦਰਜਨ ਦੇ ਕਰੀਬ ਤਾਂ ਲੋਕ ਸਾਹਮਣੇ ਆ ਗਏ ਨੇ, ਜਿੱਦਾਂ ਭਾਈ ਜਸਵੀਰ ਸਿੰਘ ਰੋਡੇ ਨੂੰ ਵੀ ਗਿਆ ਵਾ, ਜਾਂ ਕੁਝ ਲੁਧਿਆਣੇ ਦੇ ਕੁਝ ਸ਼ਾਇਦ ਵਪਾਰੀ ਲੋਕ ਨੇ, ਬਿਜ਼ਨਸਮੈਨ ਨੇ। ਇਸ ਤਰ੍ਹਾਂ ਦੇ ਕੋਈ 40 ਦੇ ਕਰੀਬ ਨੋਟਿਸਿਸ ਦਾ ਅਸੀਂ ਇਸ ਵਕਤ ਤੱਕ ਸੁਣ ਰਹੇ ਹਾਂ। ਮੋਸਟਲੀ ਦੇਖੋ ਨਾ, ਜਿਹੜੇ ਲੋਕ ਹੁਣ ਦੀਪ ਸਿੱਧੂ ਤਾਂ ਅੰਦੋਲਨ 'ਚ ਹੀ ਬੈਠਾ ਹੋਇਆ, ਉਹਦੇ ਭਰਾ ਨੂੰ ਵੀ ਭੇਜਤਾ, ਉਹਨੂੰ ਵੀ ਭੇਜਤਾ, ਬਲਦੇਵ ਸਿੰਘ ਸਰਸਾ ਉੱਥੇ ਬੈਠਾ ਹੋਇਆ, ਇਸ ਕਰਕੇ ਅੰਦੋਲਨ ਨਾਲ ਕਨੈਕਟਡ ਨਜ਼ਰ ਆ ਰਿਹਾ। ਔਰ ਜਿਹੜਾ ਇਹ NRI ਫੰਡਿੰਗ ਦਾ ਬਣਾ ਰਹੇ ਨੇ ਨਾ, ਇੱਕ ਪਲੇਟਫਾਰਮ ਤਿਆਰ ਕਰ ਰਹੇ ਨੇ, ਇਹ ਕਿਉਂਕਿ ਉਹਨਾਂ ਦਾ ਇਹ ਕਹਿਣਾ ਵਾ ਕਿ ਜਿਹੜੇ ਲੋਕਾਂ ਨੇ ਦੁਨੀਆ ਭਰ 'ਚੋਂ ਇਸ ਅੰਦੋਲਨ ਨੂੰ ਸਸਟੇਨ ਕੀਤਾ, ਇਹਨਾਂ ਨੂੰ ਵੀ ਡਰਾਓ ਤਾਂ ਕਿ ਬਾਹਰੋਂ ਪੈਸਾ ਵੀ ਨਾ ਆਵੇ ਤੇ ਪੰਜਾਬ 'ਚੋਂ ਲੋਕੀ ਹਿਊਮਨ ਰਿਸੋਰਸ ਦੀ ਸ਼ਮੂਲੀਅਤ ਜਿਹੜੀ ਉਹ ਨਾ ਜਾਣ ਉੱਥੇ। ਚਲੋ ਉਹ ਤਾਂ ਜਿਹੜਾ ਮਰਜ਼ੀ ਭੇਜੀ ਜਾਣ, ਜੇ ਅਸੀਂ ਲੜਨਾ ਜਾਣਦੇ ਹਾਂ। ਮੇਰੇ ਤੇ ਤਾਂ ਕਈ ਮੁਕੱਦਮੇ ਸਰਕਾਰਾਂ ਨੇ ਬਣਾਏ ਨੇ, ਕੋਈ ਪਰਵਾਹ ਨਹੀਂ ਹੈਗੀ। ਮੈਂ ਤਾਂ ਦੂਜਿਆਂ ਦੀ ਡਿਫੈਂਸ ਕਰਨ ਵਾਸਤੇ ਮੂਹਰੇ ਆਇਆ। ਮੈਂ ਪਹਿਲਾਂ ਵੀ ਆਇਆ ਵਾਂ। ਯੂਆਪਾ ਦੇ ਕੇਸਿਸ ਕੋਈ ਨਹੀਂ ਬੋਲਿਆ ਪੰਜਾਬ 'ਚੋਂ, ਇੱਕ ਪੋਲੀਟੀਕਲ ਪਾਰਟੀ ਨਹੀਂ ਬੋਲੀ, ਇਸ ਕਰਕੇ ਗਾਂ ਵੀ ਉਹਨਾਂ ਵਾਸਤੇ ਲੜਾਂਗੇ। ਸਾਡੇ ਜਿਹੜੇ ਲੋਕ ਜਿਨ੍ਹਾਂ ਨਾਲ ਸਾਡੇ ਖਿਆਲ ਰਲਦੇ ਨੇ ਨਾ, ਜਿੱਦਾਂ ਡਾਕਟਰ ਗਾਂਧੀ ਨੇ ਬਹੁਤ ਲੜਾਈ ਦਿੱਤੀ ਸਾਡੇ ਨਾਲ, ਸੁੱਚਾ ਸਿੰਘ ਛੋਟੇਪੁਰ ਹੋਣਾ ਨਾਲ, ਮੇਰੇ ਨਾਲ ਸਤਿਕਾਰਯੋਗ MLAs ਨੇ 4 ਅਸੀਂ, ਕੰਵਰ ਸੰਧੂ ਸਾਹਿਬ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖਾਲਸਾ, ਇਹਨਾਂ ਨਾਲ ਬੈਠਾਂਗੇ। ਟਕਸਾਲੀ ਅਕਾਲੀ ਦਲ ਨਾਲ ਗੱਲ ਕਰਾਂਗੇ, ਪਰਮਿੰਦਰ ਢੀਂਡਸੇ ਹੋਣਾ ਨਾਲ ਗੱਲ ਕਰਾਂਗੇ, ਸਭ ਨੂੰ ਇਕੱਠੇ ਕਰਾਂਗੇ, ਬੈਂਸ ਬ੍ਰਦਰਸ ਨੂੰ ਕਰਾਂਗੇ ਕਿ ਆਓ ਆਪਾਂ ਇਕੱਠੇ ਮਿਲ ਕੇ ਇਹ ਲੜਾਈ ਤਾਂ ਲੜੀਏ ਘੱਟੋ ਘੱਟ। ਇਹ ਸਾਰੀ ਨਹੀਂ, ਇਹ ਦੇਖੋ ਅੱਜ ਦੀ ਡੇਟ ਵਿੱਚ ਜਿੱਥੇ ਕਿਸਾਨਾਂ ਦਾ ਅੰਦੋਲਨ ਹੋ ਰਿਹਾ ਨਾ, ਦੂਜਾ ਤਾਂ ਕੋਈ ਵਿਕਲਪ ਤੇ ਰਾਜਨੀਤੀ ਇਹ ਹਲੇ ਕੋਈ ਮੌਕਾ ਨਹੀਂਗਾ। ਇਹ ਤਾਂ NIA ਦੇ ਨੋਟਿਸਿਸ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ 'ਚ ਮੇਬੀ ਨੈਕਸਟ 2 ਡੇਜ਼ ਇੱਕ ਇੰਪੋਰਟੈਂਟ ਮੀਟਿੰਗ ਕਰਕੇ ਇਸ ਏਜੰਡੇ ਨੂੰ ਅੱਗੇ ਲੈ ਕੇ ਜਾਵਾਂਗੇ। ਸਾਰਿਆਂ ਨਾਲ ਹੋਈ ਹੈ ਇਸ ਮੁਤਲਕ। ਕੱਲ੍ਹ ਅਸੀਂ ਦਿੱਲੀ ਇੱਕ ਮੀਟਿੰਗ ਸੀਗੀ, ਉੱਥੇ ਜਨ ਸੰਸਦ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਸੀ, ਕਾਫੀ ਪੋਲੀਟੀਕਲ ਪਾਰਟੀਆਂ ਦੇ ਲੋਕ ਆਏ, ਉੱਥੇ ਵੀ ਅਸੀਂ ਮਤਾ ਰੱਖਿਆ, ਮੈਂ ਵੀ ਰੱਖਿਆ ਔਰ ਸਰਦਾਰ ਸੇਵਾ ਸਿੰਘ ਸੇਖਵਾ ਨੇ ਵੀ, ਔਰ ਉੱਥੇ ਸਭ ਨੇ ਕੰਡੈਮ ਕੀਤਾ। ਉਹਦੇ 'ਚ ਕਾਂਗਰਸ ਵੀ ਸੀ, ਉਹਦੇ 'ਚ CPI CPM ਸੀ, ਉਹਦੇ ਸ਼ਰਦ ਪਵਾਰ ਦੇ ਲੀਡਰ ਸੀ, ਉਹਦੇ ਸਾਰੀਆਂ ਪਾਰਟੀਆਂ ਨੇ ਇੱਕ ਮਤਾ ਪਾਸ ਕੀਤਾ ਕਿ BJP ਦੀ ਸਰਕਾਰ ਬਦਲਾਖੋਰੀ ਦੀ ਕਾਰਵਾਈ ਕਰ ਰਹੀ ਹੈ। ਕੋਈ ਗੱਲ ਨਹੀਂ ਗੀ, ਗੁਰਨਾਮ ਸਿੰਘ ਝੜੂਨੀ ਇੱਕ ਜੁਝਾਰੂ ਬੰਦਾ ਵਾ। ਜੇ ਅੱਜ ਕਿਸਾਨ ਬੈਠੇ ਨਾ ਬਾਰਡਰ ਦੇ ਉੱਤੇ, ਉਹ ਗੁਰਨਾਮ ਸਿੰਘ ਝੜੂਨੀ ਦੀ ਬਦੌਲਤ ਆ। ਉਹਦਾ ਇੱਕ ਨਜ਼ਰੀਆ ਸਿਰਫ ਇਹ ਸੀਗਾ, ਉਹਦੇ ਨਾਲ ਕੁਝ ਹਿਊਮਨ ਰਾਈਟ ਐਕਟਿਵਿਸਟ ਮਿਲ ਕੇ ਉਹਨਾਂ ਨੇ ਕਿਹਾ ਕਿ ਇੱਕ ਅੰਦੋਲਨ ਨਾਨ ਪੋਲੀਟੀਕਲ ਕਿਸਾਨ ਜਥੇਬੰਦੀਆਂ ਚਲਾ ਰਹੀਆਂ ਨੇ, ਚੱਲੇਗਾ, ਪਰ ਜਿਹੜੀ ਪੋਲੀਟੀਕਲ ਜਮਾਤ ਆ ਇਹ ਚੁੱਪ ਕਿਉਂ ਬੈਠੀ ਆ? ਰਾਜਨੀਤਿਕ ਪਾਰਟੀਆਂ ਦਾ ਬੇਸਿਕ ਏਜੰਡਾ ਕੀ ਆ? ਕੋਈ ਵਪਾਰ ਕਰਨਾ, ਰਫੇਲ ਦੀ ਡੀਲ ਕਰਨਾ, ਇਹ ਚੰਦ ਪਾਰਟੀਆਂ ਕਰਦੀਆਂ ਨੇ। ਇਹ ਕੋਈ ਧੰਦਾ ਕਰਨਾ ਤਾਂ ਨਹੀਂਗਾ ਨਾ। ਉਹਨਾਂ ਦਾ ਬੇਸਿਕ ਏਜੰਡਾ ਹੈਗਾ ਲੋਕਾਂ ਦੇ ਹਕੂਕ ਦੀ ਗੱਲ ਕਰਨਾ, ਬੇਇਨਸਾਫੀ ਦੇ ਖਿਲਾਫ ਲੜਨਾ। ਇਸ ਕਰਕੇ ਉਹਨਾਂ ਦਾ ਇੱਕ ਉਪਰਾਲਾ ਸੀਗਾ। ਮੇਰਾ ਖਿਆਲ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਮੁੜ ਵਿਚਾਰ ਕਰਨਾ ਚਾਹੀਦਾ। ਹੀ ਹੈਜ਼ ਡਨ ਨਥਿੰਗ ਰੋਂਗ। ਔਰ ਉਹਨੇ ਕਦੀ ਨਹੀਂ ਕਿਹਾ ਕਿ ਅਸੀਂ ਇਹ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਸਟੇਜ ਤੇ ਬੁਲਾਵਾਂਗੇ, ਨੈਵਰ। ਉਸ ਨੂੰ ਉਹਨੇ ਪਿਓਰਲੀ ਨਾਨ ਪੋਲੀਟੀਕਲ ਕਿਹਾ ਵਾ, ਤੇ ਇਸ ਨੂੰ ਉਹਨੇ ਕਿਹਾ ਵਾ ਕਿ ਅਗਰ ਕਿਸਾਨਾਂ ਦੇ ਹੱਕ ਵਿੱਚ ਪੋਲੀਟੀਕਲ ਪਾਰਟੀਆਂ ਇਕੱਠੀਆਂ ਨਾਨ BJP ਹੋ ਕੇ ਇੱਕ ਜਨ ਸੰਸਦ 23 ਤੇ 24 ਤਰੀਕ ਨੂੰ ਬੁਲਾਉਣਗੀਆਂ, ਤਾਂ ਉਹਦੇ 'ਚ ਇੱਕ ਪ੍ਰੈਸ਼ਰ ਹੀ ਬਿਲਡ ਹੋਵੇਗਾ ਸਰਕਾਰ ਦੇ ਉੱਤੇ। ਇਸ ਕਰਕੇ ਮੈਂ ਸਮਝਦਾ ਉਹਨਾਂ ਦੇ ਨਾਲ ਬੇਇਨਸਾਫੀ ਹੋ ਰਹੀ। ਮੇਰੀ ਬਹੁਤ ਨਿਮਰਤਾ ਨਾਲ ਬੇਨਤੀ ਹੈ ਕਿਸਾਨ ਜਥੇਬੰਦੀਆਂ ਦੇ ਸੰਚਾਲਕਾਂ ਨੂੰ ਕਿ
इदा ज्यादती ना करो। एक तुहाडा बहुत जुझारू होनहार बंदा वा और बेदाग बंदा वा, उन्होंने नाल रखो। जे तुहानूं लगदा वा असीं इस प्रोग्राम नूं असीं छड्ड सकदे हां, पर गुरनाम सिंह नूं इहदी सज़ा नहीं मिलनी चाहिए। और वैसे भी मैं गुरनाम सिंह दी इंटरव्यू सुन रहा सी अज, वो कहंदे ने कि ठीक है असीं नॉन पोलिटिकल लड़ाई सारी रखी, पर इस किसान जथेबंदियां दे विच बहुत सारियां लैफ्टिस्ट पार्टीज़ ने, वो तो अपने झंडे ला के ते चोण निशान ला के, एक मैंबर जिहड़ा सरकार नाल मीटिंग करन जांदा वो 8 वारी MP बन चुके हैं, पर फिर भी असीं इहदे ते टिप्पणी नहीं करते। अगर उन्हां दा इह हैगा कि पोलिटिकल पार्टियां स्टेज ते नहीं बुलाउणीਆਂ, उस दा असीं सत्कार करते हैं। जे अंदोलन में पोलिटिकल पार्टियां की मुदाखलत नहीं चाहते, असीं सत्कार करते। पर जिहड़ी एक इनिशिएटिव होया कि पोलिटिकल जमात सारी इकट्ठी होके उत्थे करे, मैं तो सगों दुख है मैनूं कि सब तो वड्डा रोल नैशनल लैवल के उत्ते कांग्रेस नूं अदा करना चाहिए सी। जिद्दां एमरजेंसी के खिलाफ सारियां पार्टियां इकट्ठियां होकर लड़ाई लड़ी, अल्टीमेटली एमरजेंसी उस वक्त इंदिरा गांधी नूं जिहड़ी सी खत्म करनी पई और चोणां होईयां फ्रैश। ये एडा वड्डा मुद्दा देश का, इहदे नाल 65-70% पिंडां दे लोग जुड़े हुए ने। इस मुद्दे के उत्ते कांग्रेस शुड हैव गिवन अ कॉल फॉर ऑल पार्टी मीटिंग बाय नाउ। इट्स वेरी लेट एंड दे शुड हैव लॉन्च एन एजिटेशन। वो डरी जाते हैं, मोदी कही जाता जी बीजेपी ये पिछों पोलिटिकल पार्टियां करा रही ने, तो पोलिटिकल पार्टियां का जे लोगों ने लड़ाई नहीं लड़ना होर करना की उन्होंने। तो जे बीजेपी कहती है कि पिछों कांग्रेस करा रही है, जे कांग्रेस एडी शक्तिशाली सी तो फिर मोदी ने इलैक्शन किद्दां जित ली है जी। इस करके किसी पासे तुक नहीं बनती। कांग्रेस शुड हैव कॉल्ड एन ऑल पार्टी मीटिंग ऑफ ऑल इंडिया एंड शुड हैव लॉन्च्ड ए प्रॉपर एजिटेशन टू सपोर्ट द फार्मर्स एजिटेशन। दैट्स व्हाट माय व्यूज आर। एक मिनट, हाँ देखो टाइमिंग देखो ना तुसी NIA के नोटिसिस की। आ पिछले 6 महीनों में देयर इज़ नथिंग एट ऑल हैपनिंग। सडनली जो मोर्चा जोर फड़ गया वा, उदों ही NIA के नोटिस जाना, तो जाना भी उन्होंने लोगों को, खालसा एड नूं, दीप सिद्धू नूं, बलदेव सिरसे नूं, जिहड़े लोग उत्थे बैठे ने। इट इज़ एक सधारण जिहा व्यक्ति भी समझ सकता कि ये रूटीन नोटिसिस नहीं गए, ये गिणी मिथी साजिश के तहत उन्होंने डिमोरलाइज करने के उपराले ने। हाँ जी, मैं इस गल नहीं पैना चाहता। जिहड़ा किसानां दा अंदोलन आ, ये दूजियां पोलिटिकल पार्टियां बहुत लेट उठियां, हले भी नहीं उठियां। जे हले भी उठियां होंदियां तो हुण तक ग्राउंड जीरो के उत्ते एजिटेशन कुड हैव बीन प्लैंड। इस करके वो जो मर्जी कही जान, मैं उहदे नाल किसी आर्गूमेंट नहीं पैना चाहता। पर एक अंदोलन टोटली ऑर्गैनिक है। ये अंदोलन टोटली किसानां वल्लों, जवानां वल्लों, औरतां वल्लों, बजुर्गां वल्लों, साढ़े सारे धर्मां वल्लों। मैं दिल्लियों कल रात ही आया वां, मैं पलवल बॉर्डर ते गया। ਜਿਹੜੇ ਕਹਿੰਦੇ ਨੇ ਨਾ ਕਿ ਸਿੱਖਾਂ ਦਾ ਮੋਰਚਾ ਪਲਵਲ ਬਾਰਡਰ ਤੇ ਆਗਰਾ ਰੋਡ ਦੇ ਉੱਤੇ ਜਾ ਕੇ ਦੇਖ ਸਕਦੇ ਹੋ, ਸਾਰਾ ਨੌਨ ਸਿੱਖ ਮੋਰਚਾ ਸੀ। ਉਹਦੇ 'ਚ ਜਾਟ ਸੀਗੇ, ਉਹਦੇ 'ਚ ਗੁੱਜਰ ਸੀ, ਉਹਦੇ 'ਚ ਮੁਸਲਮਾਨ ਭਾਈਚਾਰਾ ਸੀ। ਇਸੇ ਤਰ੍ਹਾਂ ਮੈਂ ਗਾਜ਼ੀਪੁਰ ਬਾਰਡਰ ਤੇ ਜਾ ਕੇ ਆਇਆ, ਉੱਥੇ UP ਤੋਂ ਕਿਸਾਨ ਆਏ ਹੋਏ ਨੇ, ਉੱਥੇ ਉੱਤਰਾਖੰਡ ਤੋਂ ਕਿਸਾਨ ਆਏ ਹੋਏ ਨੇ। देयरफॉर ਇਹ ਆਰਗੈਨਿਕ ਮੋਰਚਾ ਵਾ। ਇਹ ਮੋਰਚਾ ਬੇਸਿਕਲੀ ਫॉर कॉज ਆ। जे कोई लीडर समझे मेरी कॉल ते आए ने या कोई जथेबंदी कहे मेरी कॉल ते, इट्स फॉर द कॉज। उस कॉज वास्ते एक बार सारे इकट्ठे होके जिहड़े ने वो तुर पे हुए। ठीक है जी, धन्यवाद तुहाडा साहब।